ਸਾਡੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਸਨੀ ਆਲੂਵਾਲੀਆ ਜੁੜੇ ਨੇ। ਆਲੂਵਾਲੀਆ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਤੁਸੀਂ ਇਸ ਪੂਰੇ ਘਟਨਾਕ੍ਰਮ ਨੂੰ ਕਿਵੇਂ ਦੇਖ ਰਹੇ ਹੋ? ਸੀਬੀਆਈ ਦੀਆਂ ਰੇਡਸ ਹੋਈਆਂ ਨੇ, ਡਿਪਟੀ ਸੀਐਮ ਮਨੀਸ਼ ਸਿਸੋਦੀਆ ਦਿੱਲੀ ਦੇ, ਉਹਨਾਂ ਦੇ ਘਰ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਤੇ ਜੋ ਸਾਡੀ ਜਾਣਕਾਰੀ ਹੈ 21 ਲੋਕੇਸ਼ਨਸ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਐਕਸਾਈਜ਼ ਨੂੰ ਲੈ ਕੇ। ਦੇਖੋ ਇਦਾਂ ਹੈ ਕਿ ਪੂਰੀ ਬੀਜੇਪੀ ਤੇ ਉਹਨਾਂ ਦੇ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਜੀ ਇਸ ਤੇ ਲੱਗੇ ਹੋਏ ਨੇ ਕਿ ਕਿਸੇ ਤਰੀਕੇ ਆਮ ਆਦਮੀ ਪਾਰਟੀ ਨੂੰ ਘੇਰਿਆ ਜਾਵੇ, ਜਿਸ ਮਰਜ਼ੀ ਤਰੀਕੇ ਉਹਦੇ ਜੋ ਮਰਜ਼ੀ ਕਰਨਾ ਪਵੇ। ਤੇ ਦਿਨ ਰਾਤ ਇੱਕੋ ਕੰਮ ਲੱਗੇ ਨੇ ਵੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੁਝ ਮਿਲ ਜਾਏ, ਮਨੀਸ਼ ਸਿਸੋਦੀਆ ਜੀ ਦੇ ਖਿਲਾਫ ਮਿਲ ਜਾਏ, ਸਤਿੰਦਰ ਜੈਨ ਜੀ ਜਿਨ੍ਹਾਂ ਨੂੰ ਅੰਦਰ ਰੱਖੇ ਉਹਨਾਂ ਦੇ ਖਿਲਾਫ ਵੀ ਕੁਝ ਨਹੀਂ ਹੈ। ਪਰ ਇਹ ਦਿਨ ਰਾਤ ਲੱਗੇ ਹੋਏ ਨੇ ਕਿਵੇਂ ਜਿਹੜੀ ਆਂधी ਚੱਲਦੀ ਪਈ ਹੈ ਆਮ ਆਦਮੀ ਪਾਰਟੀ ਦੀ ਪੂਰੀ ਦੇਸ਼ 'ਚ, ਇਹਨੂੰ ਕਿਵੇਂ ਰੋਕਿਆ ਜਾਵੇ ਤੇ ਉਹਦੇ ਲਈ ਦਿਨ ਰਾਤ ਕੰਮ ਕਰ ਰਹੇ। ਮਨੀਸ਼ ਸਿਸੋਦੀਆ ਜੀ ਨੇ ਟਵੀਟ ਕਰਕੇ ਕਿਹਾ ਮੈਂ ਸਵਾਗਤ ਕਰਦਾ ਔਰ ਜਰੂਰ ਲੱਭੋ ਜੇ ਮੇਰੇ ਕੋਲ ਕੁਝ ਨਿਕਲਦਾ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਕੱਟਰ ਇਮਾਨਦਾਰ ਜਿਹੜੇ ਮਨੀਸ਼ ਸਿਸੋਦੀਆ ਜੀ ਨੇ, ਸਾਡੇ ਅਰਵਿੰਦ ਕੇਜਰੀਵਾਲ ਜੀ ਨੇ ਤੇ ਸਤਿੰਦਰ ਜੈਨ ਜੀ ਵੀ ਸੀ, ਪਰ ਇਹ ਲੋਕ ਮਗਰ ਲੱਗੇ ਹੋਏ ਨੇ। ਮਿਲਣਾ ਕੁਝ ਨਹੀਂ। ਜਦ ਇਹਨਾਂ ਨੇ ਕੇਜਰੀਵਾਲ ਸਾਹਿਬ ਦੇ ਰੇਡ ਮਾਰੀ ਸੀ 3 ਮਫਲਰ ਮਿਲੇ ਸੀ, ਇੱਥੇ ਕੀ ਪਤਾ ਹਿਮਾਚਲ ਗਏ ਸੀ, ਹਿਮਾਚਲ ਦੀ ਟੋਪੀ ਮਿਲ ਜਾਏ, ਹੋਰ ਕੁਝ ਨਹੀਂ ਮਿਲਣਾ ਇਹਨਾਂ ਨੂੰ ਇੱਥੋਂ। ਤੁਹਾਨੂੰ ਲੱਗਦਾ ਹੈ ਕਿ ਪੋਲੀਟੀਕਲ ਵੈਂਡੇਟਾ ਦੇ ਤਹਿਤ ਹੋ ਰਿਹਾ, ਤੁਸੀਂ ਇਹੀ ਕਹਿਣਾ ਚਾਹ ਰਹੇ ਹੋ? ਇਹ ਤਾਂ ਪੂਰਾ ਦੇਸ਼ ਕਹਿ ਰਿਹਾ, ਆਮ ਆਦਮੀ ਪਾਰਟੀ ਕੱਲੀ ਨਹੀਂ ਕਹਿ ਰਹੀ, ਪੂਰਾ ਦੇਸ਼ ਕਹਿ ਰਿਹਾ ਕਿ ਗੁਜਰਾਤ ਤੇ ਹਿਮਾਚਲ ਦੇ ਅੰਦਰ ਜਿਵੇਂ ਉੱਥੋਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਿਆਰ ਦੇ ਰਹੇ ਹੈ, ਆਪਸ਼ਨ ਬਣ ਕੇ ਅੱਗੇ ਆਈ ਆਮ ਆਦਮੀ ਪਾਰਟੀ। ਪੰਜਾਬ 'ਚ ਇੰਨੀ ਵਧੀਆ ਸਰਕਾਰ ਚੱਲ ਰਹੀ ਹੈ, ਦਿੱਲੀ 'ਚ ਇੰਨੀ ਵੱਡੀ ਸਰਕਾਰ ਚੱਲ ਰਹੀ ਹੈ, ਨੈਸ਼ਨਲ ਪਾਰਟੀ ਬਣ ਰਹੀ ਹੈ ਜਿਹਦਾ ਬੀਜੇਪੀ ਨੂੰ ਸਭ ਤੋਂ ਵੱਡਾ ਖਤਰਾ ਹੈ, ਕਿਉਂਕਿ ਬੀਜੇਪੀ ਕਾਂਗਰਸ ਤੋਂ ਤਾਂ ਡਰਦੀ ਨਹੀਂ। ਔਰ ਇਹਨਾਂ ਨੂੰ ਪਤਾ ਹੈ ਕਿ ਜੇ ਇਹ ਲੋਕ ਪਾਵਰ 'ਚ ਆ ਗਏ, ਜਿਹੜੇ ਦੋਸਤਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਇਹਨਾਂ ਨੇ ਬਾਹਰ ਭੇਜਿਆ, ਪਰਿਵਾਰਵਾਦ ਕਰਦੀ ਸੀ ਕਾਂਗਰਸ, ਦੋਸਤਵਾਦ ਕਰਦੀ ਹੈ ਬੀਜੇਪੀ, ਇਹ ਸਭ ਫੜੇ ਜਾਣਗੇ। ਇਸ ਕਰਕੇ ਇਹਨਾਂ ਨੂੰ ਡਰ ਲੱਗਿਆ ਹੋਇਆ ਜੀ। ਤੁਸੀਂ ਕਹਿ ਰਹੇ ਹੋ ਕਿ ਪੋਲੀਟੀਕਲ ਵੈਂਡੇਟਾ ਹੈ, ਐਕਸਾਈਜ਼ ਦਾ ਮਾਮਲਾ ਹੈ, ਜੋ ਸਾਡੀ ਜਾਣਕਾਰੀ ਦੇ ਵਿੱਚ ਹੈ ਕਿ ਐਕਸਾਈਜ਼ ਦੇ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਇਲਜ਼ਾਮ ਲੱਗਦੇ ਰਹੇ ਨੇ ਤੇ ਹੁਣ ਛਾਪੇਮਾਰੀ ਕੀਤੀ ਜਾ ਰਹੀ ਹੈ। ਦੇਖੋ ਏਦਾਂ ਹੈ ਕਿ ਮਨੀਸ਼ सिसोदिया जी ਲਈ ਕਿੰਨੀ ਦੇਰ ਪਹਿਲਾਂ अरविंद केजरीवाल जी ने कहता ਸੀ कि अब हमें खबर मिली है कि अब मनीष सिसोदिया जी को पकड़ा जाएगा, और ਉਹਦੇ ਪਿੱਛੇ ਇਹ ਲੱਗੇ ਹੋਏ ਨੇ। ਐਕਸਾਈਜ਼ ਦਾ ਮਾਮਲਾ ਹੋਏ ਜਾਂ ਸਕੂਲ ਦਾ ਮਾਮਲਾ ਹੋ ਜਾਂ ਮੁਹੱਲਾ ਕਲੀਨਿਕ ਦਾ ਮਾਮਲਾ ਹੋ, ਸਾਡੀ ਕੱਟਰ ਇਮਾਨਦਾਰ ਸਰਕਾਰ ਹੈ ਤੇ ਸਾਡੇ ਅੰਦਰ ਕੋਈ ਵੀ ਨੇਤਾ ਕਿਸੇ ਵੀ ਚੱਕਰ 'ਚ ਨਹੀਂ ਫੜਿਆ ਜਾਏਗਾ। ਔਰ ਰਾਦਰ ਤੁਸੀਂ ਇਸ 'ਚ ਦੇਖਣਾ ਜਿਹੜੇ ਉੱਥੇ ਦੇ ਲੈਫਟੀਨੈਂਟ ਨੇ ਦਿੱਲੀ ਦੇ, ਉਹਨਾਂ ਦਾ ਨਾਮ ਇਸ 'ਚ ਅੱਗੇ ਆਏਗਾ ਕਿ ਉਹਨਾਂ ਨੇ ਕਿਵੇਂ ਪਾਲਿਸੀ ਦੇ ਅੰਦਰ ਕੀ ਚੇਂਜਸ ਕੀਤੇ ਸੀ। ਜੀ, ਲੇਕਿਨ ਜਦੋਂ ਵੀ ਅਜਿਹੀ ਕੋਈ ਕਾਰਵਾਈ ਹੁੰਦੀ ਹੈ, ਸਨੀ ਆਲੂਵਾਲੀਆ ਜੀ, ਵਿਰੋਧੀ ਇਲਜ਼ਾਮ ਲਗਾਉਂਦੇ ਨੇ ਕਿ ਜਦੋਂ ਖੁਦ ਤੇ ਆਮ ਆਦਮੀ ਪਾਰਟੀ ਤੇ ਕੋਈ ਕਾਰਵਾਈ ਹੁੰਦੀ ਹੈ, ਕੋਈ ਰੇਡ ਹੁੰਦੀ ਹੈ, ਉਦੋਂ ਪੋਲੀਟੀਕਲ ਵੈਂਡੇਟਾ ਕਹਿ ਦਿੰਦੇ ਨੇ, ਲੇਕਿਨ ਜਦੋਂ ਖੁਦ ਕਰਦੇ ਨੇ ਉਦੋਂ ਕਹਿੰਦੇ ਕਿ ਸਹੀ ਕਾਰਵਾਈ ਹੋ ਰਹੀ ਹੈ ਜਦੋਂ ਪੰਜਾਬ 'ਚ ਹੁੰਦੀ ਹੈ। ਮੈਡਮ ਜੀ ਇੱਕ ਗੱਲ ਦੱਸੋ ਕਿ ਜਦ ਧਰਮਸੋਟ ਫੜਿਆ ਗਿਆ ਤੇ ਕੀ ਸਾਹਮਣੇ ਆਇਆ? ਜਦ ਉਹਨਾਂ ਦੇ ਲੋਕੀ ਫੜੇ ਗਏ ਕੀ ਸਾਹਮਣੇ ਆਇਆ? ਤੇ ਹੁਣ ਜਦ ਮਨੀਸ਼ ਸਿਸੋਦੀਆ ਜੀ ਤੇ ਹੋਈ, ਸਤਿੰਦਰ ਜੈਨ ਜੀ ਦੇ ਹੋਈ, ਤੇ ਸਾਡੇ ਕਈ ਇੱਥੇ ਜਸਵੰਤ ਸਿੰਘ ਗੱਜਨ ਮਾਜਰਾ ਦੇ ਹੋਈ, ਤੇ ਕੀ ਸਾਹਮਣੇ ਆਇਆ? ਇਹ ਸਾਰੇ ਬੰਦੇ ਜਿਹੜੇ ਨੇ ਈਡੀ ਨੇ ਕਿੰਨੇ ਕੇਸ ਕੀਤੇ ਤੇ ਕਿੰਨੇ ਬੰਦੇ ਫੜੇ ਗਏ ਤੇ ਉਹਦੇ ਅੰਦਰ ਕੀ ਹੋਇਆ? ਸਾਰੀ ਦੁਨੀਆ ਕਹਿ ਰਹੀ ਹੈ ਕਿ ਆਮ ਆਦਮੀ ਪਾਰਟੀ ਕੱਟਰ ਇਮਾਨਦਾਰ ਸਰਕਾਰ ਹੈ, ਕਰਪਸ਼ਨ ਦੇ ਅਗੇਂਸਟ ਲੜਾਈ ਲੜ ਰਹੀ ਹੈ। ਇਸ ਕਰਕੇ ਇਹ ਗੱਲ ਕਹਿਣੀ, ਇਹਨਾਂ ਦਾ ਏਮ ਸਾਰਿਆਂ ਦਾ ਇੱਕੋ ਹੀ ਹੈ ਕਿ ਆਮ ਆਦਮੀ ਪਾਰਟੀ ਦੀ ਆਂधी ਨੂੰ ਰੋਕਿਆ ਜੇ। ਉਹ ਹੁਣ ਰੁਕਣੀ ਔਖੀ ਹੈ, ਲੋਕਾਂ ਨੇ ਫੈਸਲੇ ਕਰ ਲਏ। ਹੁਣ ਗੁਜਰਾਤ ਤੇ ਹਿਮਾਚਲ 'ਚ ਵੀ ਸਾਡੀ ਸਰਕਾਰ ਬਣੇਗੀ ਜਿਹਦਾ ਬੀਜੇਪੀ ਨੂੰ ਖਤਰਾ ਹੈਗਾ। ਜੀ, ਆਲੂਵਾਲੀਆ ਜੀ ਜੁੜੇ ਰਹਿਣਾ ਸਾਡੇ ਨਾਲ। ਬੀਜੇਪੀ ਤੋਂ ਸੁਭਾਸ਼ ਸ਼ਰਮਾ ਵੀ ਜੁੜ ਗਏ ਨੇ। ਸੁਭਾਸ਼ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਦਿੱਲੀ ਦੇ ਵਿੱਚ 21 ਲੋਕੇਸ਼ਨਸ ਦੇ ਉੱਤੇ, ਜਿਸ ਦੇ ਵਿੱਚ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦਾ ਘਰ ਵੀ ਸ਼ਾਮਲ ਹੈ ਤੇ ਆਮ ਆਦਮੀ ਪਾਰਟੀ ਦੇ ਆਗੂ ਇਸ ਨੂੰ ਪੋਲੀਟੀਕਲ ਵੈਂਡੇਟਾ ਕਹਿ ਰਹੇ ਨੇ। ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਵੀ ਖੁਦ ਟਵੀਟ ਕਰਕੇ ਕਿਹਾ ਕਿ ਪਹਿਲਾਂ ਵੀ ਮੇਰੇ ਤੇ ਕਈ ਕੇਸ ਕੀਤੇ ਨੇ, ਉਸ ਦੇ ਵਿੱਚ ਵੀ ਕੁਝ ਨਹੀਂ ਨਿਕਲਿਆ, ਇਸ ਦੇ ਵਿੱਚ ਵੀ ਕੁਝ ਨਹੀਂ ਨਿਕਲੇਗਾ। ਦੇਖੋ, ਆਮ ਆਦਮੀ ਪਾਰਟੀ ਦੀ ਤੇ ਆਦਤ ਹੈ ਕਿ ਜਿੰਨੀ ਮਰਜ਼ੀ ਚੋਰੀ ਚਕਾਰੀ ਕਰੀ ਜਾਣ, ਬੇਈਮਾਨੀ ਕਰੀ ਜਾਣ, ਇਹਨਾਂ ਨੂੰ ਕੋਈ ਕੁਝ ਨਾ ਕਹੇ। ਇਹਨਾਂ ਦਾ ਆਪ ਦਾ ਹੈਲਥ ਮੰਤਰੀ ਇਹਨਾਂ ਨੇ ਫੜ ਕੇ ਅੰਦਰ ਦਿੱਤਾ ਹੈ ਪੰਜਾਬ 'ਚ, ਅਸੀਂ ਨਹੀਂ ਦਿੱਤਾ। ਕਿਉਂ ਦਿੱਤਾ? ਉਹ ਵੈਂਡੇਟਾ ਪੋਲਿਟਿਕਸ ਸੀਗੀ। ਇਸ ਕਰਕੇ ਕੋਈ ਜਦੋਂ ਅਪਰਾਧ ਕਰੇਗਾ, ਕੋਈ ਜਦੋਂ ਕਰਪਸ਼ਨ ਕਰੇਗਾ, ਏਜੰਸੀਆਂ ਕੋਲ ਅਗਰ ਸਬੂਤ ਹੋਣਗੇ ਤਾਂ ਉਹ ਕਾਰਵਾਈ ਕਰਨਗੀਆਂ। ਦੇਸ਼ ਦੇ ਅੰਦਰ ਨਿਆਲਾ ਹੈ, ਦੇਸ਼ ਦੇ ਅੰਦਰ ਕੋਰਟਸ ਨੇ, ਉਹ ਫੈਸਲਾ ਕਰਨਗੀਆਂ। ਇਹਨਾਂ ਨੇ ਤਾਂ ਘਰੇ ਇਮਾਨਦਾਰੀ ਦੇ ਸਰਟੀਫਿਕੇਟ ਛਾਪ ਕੇ ਰੱਖੇ ਆ, ਆਪਸ 'ਚ ਇੱਕ ਦੂਜੇ ਨੂੰ ਵੰਡਦੇ ਰਹਿੰਦੇ ਆ। ਤੁਸੀਂ ਮੈਨੂੰ ਗੱਲ ਦੱਸੋ, ਅੱਜ ਇਹ ਕਹਿ ਰਹੇ ਆ ਵੈਂਡੇਟਾ ਪੋਲਿਟਿਕਸ ਹੈ। ਕਿੰਨੇ ਲੰਬੇ ਸਮੇਂ ਤੋਂ ਅਸੀਂ ਕਹਿ ਰਹੇ ਸੀ ਕਿ ਜਿਹੜੀ ਐਕਸਾਈਜ਼ ਦੀ ਪਾਲਿਸੀ ਆ ਉਹਦੇ ਕਰਪਸ਼ਨ ਹੋਈ ਹੈ, ਜਿਹੜੀ ਦਿੱਲੀ 'ਚ ਆਈ ਹੈ, ਔਰ ਉਹ ਪਾਲਿਸੀ ਨੂੰ ਵਾਪਸ ਲੈਣ ਦੀ ਗੱਲ ਵੀ ਕਰ ਲਈ ਇਹਨਾਂ ਨੇ ਦਿੱਲੀ 'ਚ। ਉਹਨੂੰ ਵਾਪਸ ਵੀ ਲੈ ਰਹੇ ਆ ਕਿਉਂਕਿ ਉਹਨਾਂ ਨੂੰ ਸਮਝ ਆ ਗਈ ਕਿ ਸਾਡੀ ਕਰਪਸ਼ਨ ਫੜੀ ਗਈ ਹੈ। ਇਸ ਕਰਕੇ ਏਜੰਸੀਆਂ ਕੋਲ ਜੋ ਵੀ ਸਬੂਤ ਹੈ। ਔਰ ਮੈਨੂੰ ਗੱਲ ਦੱਸੋ, ਜਦੋਂ ਪੰਜਾਬ ਦੇ ਅੰਦਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ
ਭਤੀਜੇ ਤੇ ਰੇਡ ਹੋਈ ਈਡੀ ਦੀ, ਪੈਸੇ ਫੜੇ ਗਏ। ਸਭ ਤੋਂ ਜ਼ਿਆਦਾ ਰੌਲਾ ਆਮ ਆਦਮੀ ਪਾਰਟੀ ਨੇ ਪਾਇਆ ਸੀ, ਦੇਖੋ ਜੀ ਚੋਰੀ ਫੜੀ ਗਈ। ਤੇ ਹੁਣ ਕਿਉਂ ਚੀਕਾਂ ਮਾਰਦੇ ਆ ਜਦੋਂ ਆਪਣੀ ਚੋਰੀ ਫੜੀ ਗਈ ਹੈ? ਲੇਕਿਨ ਆਮ ਆਦਮੀ ਪਾਰਟੀ ਦੇ ਆਗੂ ਕਹਿ ਰਹੇ ਨੇ ਕਿ ਗੁਜਰਾਤ ਤੇ ਹਿਮਾਚਲ 'ਚ ਚੋਣਾਂ ਹੋਣ ਵਾਲੀਆਂ ਨੇ, ਬੀਜੇਪੀ ਨੂੰ ਡਰ ਹੈ, ਇਸੇ ਕਰਕੇ ਇਸ ਕਿਸਮ ਦੀ ਕਾਰਵਾਈ ਹੋ ਰਹੀ ਹੈ। ਗੁਜਰਾਤ ਹਿਮਾਚਲ ਬੜੀ ਦੂਰ ਹੈ, ਆਪਦਾ ਘਰ ਸੰਗਰੂਰ ਹਾਰ ਗਏ ਆ। ਇਹਨਾਂ ਦੀ ਔਕਾਤ ਤਾਂ ਪਤਾ ਹੀ ਚੱਲ ਗਈ ਹੈ ਪੰਜਾਬ ਨੂੰ। ਸਾਨੂੰ ਇਹਨਾਂ ਤੋਂ ਕੋਈ ਡਰ ਨਹੀਂ। ਇਹਦਾ ਐਵੇਂ ਸੈਂਬੂ ਨੇਤਾ ਬਣੇ ਹੋਏ ਆ। ਪਹਿਲਾਂ ਵੀ ਅਰਵਿੰਦ ਕੇਜਰੀਵਾਲ ਗਿਆ ਸੀ ਵਾਰਾਣਸੀ, ਇਲੈਕਸ਼ਨ ਲੜੀ ਸੀ, ਮੋਦੀ ਦੇ ਸਾਹਮਣੇ ਜ਼ਮਾਨਤ ਜ਼ਬਤ ਹੋ ਗਈ। ਉੱਤਰਾਂਚਲ ਜਨਾਂ ਦਾ ਕੀ ਬਣਿਆ? ਕਿਸੇ ਸੀਟ ਤੇ ਜ਼ਮਾਨਤ ਨਹੀਂ ਬਚੀ। ਉੱਤਰ ਪ੍ਰਦੇਸ਼ 'ਚ ਕਿਸੇ ਸੀਟ ਤੇ ਜ਼ਮਾਨਤ ਨਹੀਂ ਬਚੀ। ਪੰਜਾਬ ਦੇ ਲੋਕਾਂ ਨੂੰ ਜ਼ਰੂਰ ਭਰਮਾ ਲਿਆ ਸੀ ਥੋੜੀ ਦੇਰ ਲਈ। 3 ਮਹੀਨਿਆਂ 'ਚ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ। ਸੰਗਰੂਰ 'ਚ ਮੁੱਦੇ ਮੂੰਹ ਪਏ ਆਪਣੀ ਰਾਜਧਾਨੀ ਨੂੰ, ਕਹਿੰਦੇ ਸੀ ਸਾਡੀ ਰਾਜਧਾਨੀ ਆ। ਇਸ ਕਰਕੇ ਇਦਾਂ ਦੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ। ਜਿਹੜੀ ਚੋਰੀ ਕੀਤੀ ਹੈ, ਜਿਹੜੀ ਬੇਈਮਾਨੀ ਕੀਤੀ ਹੈ, ਉਹ ਤਾਂ ਉਹਦੀ ਸਜ਼ਾ ਮਿਲਣੀ ਹੈ। ਜਾਂਚ ਏਜੰਸੀਆਂ ਨੇ ਆਪਣਾ ਕੰਮ ਕਰਨਾ ਹੀ ਕਰਨਾ ਹੈ। ਔਰ ਮੈਨੂੰ ਇੱਕ ਗੱਲ ਦੱਸੋ, ਪੰਜਾਬ 'ਚ ਰੋਜ਼ ਵਿਜੀਲੈਂਸ ਦੀਆਂ ਰੇਡਾਂ ਕਰਦੇ ਪਏ ਆ। ਪੰਜਾਬ 'ਚ ਰੋਜ਼ ਸਾਬਕਾ ਮੰਤਰੀਆਂ ਦੇ ਖਿਲਾਫ ਕੇਸ ਦਰਜ ਹੁੰਦੇ ਪਏ ਆ। ਤੇ ਕਿਆ ਉਹ ਪੋਲੀਟੀਕਲ ਵੈਂਡੇਟਾ ਹੈ? ਹੁਣ ਦੱਸੋ ਨਾ, ਕਿੰਨੇ ਪੁਰਾਣੇ ਕਾਂਗਰਸ ਦੇ ਮੰਤਰੀਆਂ ਦੇ ਇਹਨਾਂ ਨੇ ਵਿਜੀਲੈਂਸ ਰੇਡ ਕੀਤੀਆਂ, ਉਹਨਾਂ ਦੇ ਉੱਤੇ FIR ਦਰਜ ਕੀਤੀਆਂ, ਰੋਜ਼ ਕਰ ਰਹੇ ਆ। ਆਪਣੇ ਮੰਤਰੀ ਨੂੰ ਫੜ ਕੇ ਅੰਦਰ ਦੇਤਾ। ਤੇ ਕਿਆ ਉਹ ਪੋਲੀਟੀਕਲ ਵੈਂਡੇਟਾ ਹੈ? ਇਸ ਕਰਕੇ ਤੁਸੀਂ ਕਰੋ ਤੇ ਉਹ ਠੀਕ ਹੈ। ਉਹ ਬੇਈਮਾਨਾਂ ਦੇ ਖਿਲਾਫ ਕਾਰਵਾਈ ਹੈ। ਜਨਤਾ ਦਾ ਪੈਸਾ ਵਾਪਸ ਲੈ ਕੇ ਆਵਾਂਗੇ 1-1 ਰੁਪਈਆ। ਤੁਹਾਡੀ ਚੋਰੀ ਫੜੀ ਜਾਏ ਤੇ ਉਹ ਪੋਲੀਟੀਕਲ ਵੈਂਡੇਟਾ ਹੈ, ਤੁਹਾਡੀ ਕਰਪਸ਼ਨ ਫੜੀ ਜਾਏ ਤੇ ਪੋਲੀਟੀਕਲ ਵੈਂਡੇਟਾ। ਦੋਰੇ ਮਾਪਦੰਡ ਨਹੀਂ ਚੱਲਣੇ। ਏਜੰਸੀਆਂ ਨੇ ਆਪਣਾ ਕੰਮ ਕਰਨਾ ਹੀ ਕਰਨਾ ਹੈ। ਇਸ ਕਰਕੇ ਜਿਹੜਾ ਤੁਸੀਂ ਕਰਪਸ਼ਨ ਕੀਤੀ ਹੈ, ਖਾਸ ਕਰਕੇ ਜਿਹੜੀ ਐਕਸਾਈਜ਼ ਵਾਲੇ ਇਸ਼ੂ ਤੇ ਹੋਰ ਬਾਕੀ ਇਸ਼ੂ ਤੇ ਜਨਤਾ ਦੇ ਸਾਹਮਣੇ ਆਣੀ ਜੀ। ਸਨੀ ਆਹਲੂਵਾਲੀਆ ਜੀ, ਕੀ ਕਹਿਣਾ ਚਾਹੋਗੇ? ਦੇਖੋ ਏਦਾਂ ਹੈ, ਇੱਕ ਕੱਟੜ ਇਮਾਨਦਾਰ ਸਰਕਾਰ ਦਾ ਅਗਰ ਕੋਈ ਮੰਤਰੀ, MLA ਜਾਂ ਕੋਈ ਵੀ ਆਗੂ ਕਰਪਸ਼ਨ ਕਰੂਗਾ ਤੇ ਕੇਜਰੀਵਾਲ ਜੀ ਨੇ, ਭਗਵੰਤ ਮਾਨ ਜੀ ਨੇ ਪਹਿਲੇ ਦਿਨ ਕਿਹਾ ਸੀ ਵੀ ਅਸੀਂ ਖੁਦ ਹੀ ਅੰਦਰ ਕਰ ਦੇਣਾ। ਇੱਕ ਇਹੋ ਜਿਹੀ ਸਰਕਾਰ ਹੈ ਜਿਨੇ ਪੂਰੇ ਵਰਲਡ ਦੇ ਅੰਦਰ ਇੱਕ ਇਹੋ ਜਿਹਾ ਐਗਜ਼ਾਮਪਲ ਸੈੱਟ ਕੀਤਾ। ਆਪਣੇ ਹੈਲਥ ਕੈਬਨਿਟ ਮੰਤਰੀ ਨੂੰ ਫੜ ਕੇ ਅੰਦਰ ਦੇਤਾ ਜੇ ਉਸ 'ਚ 1% ਦਾ ਆਇਆ। ਬੀਜੇਪੀ ਵਾਲੇ ਗੱਲਾਂ ਕਰਦੇ, ਇਹਨਾਂ ਨੇ ਅੱਜ ਤੱਕ ਕਿਹੜਾ ਬੰਦਾ ਫੜਿਆ? ਹੁਣ ਇਹ ਕਹਿਣਗੇ ਵੀ ਸਾਡੇ ਤਾਂ ਸਾਰੇ ਬੰਦੇ ਬੜੇ ਇਮਾਨਦਾਰ ਨੇ। ਜਿਹੜਾ ਬੰਦਾ ਬੀਜੇਪੀ ਦੇ ਅੰਦਰ ਜਾਂਦਾ ਹੈ, ਬੇਸ਼ੱਕ ਉਹ ਕਾਂਗਰਸ ਦਾ ਹੋਏ, ਬੇਸ਼ੱਕ ਉਹ ਜਨਤਾ ਦਲ ਦਾ ਹੋਏ, ਬੇਸ਼ੱਕ ਜਿਹੜੀ ਮਰਜ਼ੀ ਪਾਰਟੀ ਦਾ ਹੋਏ, ਉਹ ਜਾ ਕੇ ਰਾਤ 'ਚ ਹੀ ਇਹਨਾਂ ਕੋਲ ਇਹੋ ਜਿਹੀ UV ਚੈਂਬਰ ਲੱਗਿਆ ਵੀ ਉਸ 'ਚ ਜਾਂਦਾ ਹੈ, ਫਿਲਟਰੇਟ ਹੋ ਜਾਂਦਾ ਹੈ, ਉਹਦੇ ਸਾਰੇ ਕੇਸ ਵਾਪਸ ਲਿੱਤੇ ਜਾਂਦੇ। ਜਿਹੜਾ ਬੰਦਾ ਜੋ ਆਪੋਜੀਸ਼ਨ ਸਟਰੋਂਗ ਹੁੰਦੀ ਹੈ ਉਸ 'ਚ ਇਹਨਾਂ ਨੂੰ ਤਕਲੀਫ ਹੁੰਦੀ ਹੈ। ਜਿਹੜੀ ਇਹ ਗੱਲ ਕਹਿੰਦੇ ਵੀ ਰੇਡ ਕਰ ਰਹੇ ਨੇ, ਅਸੀਂ ਜਿੱਥੇ ਰੇਡ ਕਰ ਰਹੇ ਉੱਥੇ ਕਰੋੜੋਂ ਰੁਪਇਆ ਨਿਕਲ ਰਿਹਾ ਹੈ। ਜਦ ਤੁਸੀਂ ਇੱਥੇ ਚਰਨਜੀਤ ਚੰਨੀ ਦੇ ਘਰ ਰੇਡ ਕੀਤੀ, ਉਹ ਭਾਂਜੇ ਤੋਂ ਭਤੀਜੇ ਤੋਂ ਕਿੰਨੇ ਪੈਸੇ ਨਿਕਲੇ? ਤਦ ਇੱਥੇ ਮਨੀਸ਼ ਸਿਸੋਦੀਆ ਦੇ ਘਰ ਤੋਂ ਕੱਢ ਦਿਓ ਪੈਸੇ, ਅਸੀਂ ਮੰਨ ਜਾਾਂਗੇ ਵੀ ਤੁਸੀਂ ਬੜੇ ਵਧੀਆ ਹੋ ਗਏ ਹੋ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾਈ ਜਾਓ, ਆਮ ਆਦਮੀ ਪਾਰਟੀ ਜਿਹੜੀ ਹੈ ਕਰਪਸ਼ਨ ਦੇ ਖਿਲਾਫ ਹੈ। ਔਰ ਤੁਹਾਨੂੰ ਸਾਰਿਆਂ ਨੂੰ ਜਿਹੜੇ ਹੇਰਾਫੇਰੀ ਕਰਨਗੇ, ਪੰਜਾਬ ਦੇ ਅੰਦਰ ਭਗਵੰਤ ਸਿੰਘ ਮਾਨ ਦੀ ਸਰਕਾਰ ਨਹੀਂ ਛੱਡੇਗੀ। ਉਹਨਾਂ ਨੂੰ ਸਾਰਿਆਂ ਨੂੰ ਓਪਨ ਕਰੇਗੀ, ਲੋਕਾਂ ਦੇ ਅੱਗੇ ਲੈ ਕੇ ਆਊ ਜੀ। ਸੁਭਾਸ਼ ਜੀ ਕਹਿ ਰਹੇ ਨੇ ਕਿ ਕੱਟੜ ਇਮਾਨਦਾਰ ਸਾਡੀ ਸਰਕਾਰ ਹੈ। ਪਹਿਲਾਂ ਵੀ ਕੇਸ ਹੋਏ, ਪਹਿਲਾਂ ਵੀ ਜਾਂਚ ਹੋਈ, ਲੇਕਿਨ ਕੁਝ ਨਹੀਂ ਨਿਕਲਿਆ, ਹੁਣ ਵੀ ਕੁਝ ਨਹੀਂ ਨਿਕਲੇਗਾ। ਇਸ ਕਰਕੇ ਹੀ ਪੋਲੀਟੀਕਲ ਵੈਂਡੇਟਾ ਹੈ। ਅਰੇ ਸਿੰਦਰ ਜੈਨ ਜੇਲ੍ਹ 'ਚ ਹੈ, ਜੇਲ੍ਹ 'ਚ ਰਹਿ ਕੇ ਆਇਆ। ਇਹਨਾਂ ਦੇ ਕਿੰਨੇ MLA ਜੇਲ੍ਹ 'ਚ ਨੇ। ਇਸ ਕਰਕੇ ਤਾਂ ਨਹੀਂ ਨਿਕਲੇਗਾ ਤਾਂ ਸਹੀ ਨਿਕਲੇਗਾ ਤਾਂ ਛੁੱਟ ਜਾਣਗੇ। ਫਿਰ ਚਿੰਤਾ ਕਿਉਂ ਕਰ ਰਹੇ, ਫਿਰ ਰੌਲਾ ਕਿਉਂ ਪਾ ਰਹੇ? ਮੇਰੀ ਗੱਲ ਦੇਖੋ ਮੈਡਮ, ਅਗਰ CBI ਰੇਡ ਕਰੇਗੀ, ਕੁਝ ਨਹੀਂ ਮਿਲੇਗਾ ਤਾਂ ਬਚ ਜਾਓਗੇ ਤੁਸੀਂ। ਆਪਣਾ ਤੁਸੀਂ ਰੇਡ ਕਰਾਉਂਦੇ ਰਹੋਗੇ, ਪਹਿਲਾਂ ਪ੍ਰੂਫ ਲੱਭ ਕੇ ਫਿਰ ਰੇਡ ਕਰਾਇਆ ਕਰੋ। अरे मेरी गल सुनो, फिर शर्मा जी रेड कराया करो। अरे भाई सबूत होए तो रेड ना कराया करो, पहला प्रूफ लब लो। सबूत तो सीबीआई को पता होगा, मैं कोई सीबीआई का प्रवक्ता थोड़ा है। ऐसा है अगर सीबीआई ने रेड की है, अगर बेसबूत ਇਹਨਾਂ ਕੋਲ ਹੁੰਦੇ ਤੇ ਸਾਰੀ ਆਮ ਆਦਮੀ ਪਾਰਟੀ ਜੇਲ੍ਹ 'ਚ ਕਰ ਦਿੰਦੇ ਆ ਲੋਕ। ਇਹਨਾਂ ਨੂੰ ਲੱਭਦਾ ਹੀ ਕੁਝ ਨਹੀਂ ਪਿਆ। ਏਦਾਂ ਹੀ ਰੇਡਾਂ ਦੇ चिंता ना करो, चिंता ना करो, ਤੁਹਾਨੂੰ ਡਰ ਆਮ ਆਦਮੀ ਪਾਰਟੀ ਦਾ। अरे सिंदर जैन जी गए जेल है, बाकियों का भी नंबर छेती आ जाना। ਜਿਹੜਾ ਇਮਾਨਦਾਰੀ ਦਾ ਮੁੱਦਾ ਪਾ ਕੇ ਕਰਪਸ਼ਨ ਕੀਤੀ ਹੈ ਨਾ, ਰੋਡ ਵਿੱਚ ਤੁਸੀਂ ਕਰਪਸ਼ਨ ਕੀਤੀ, ਸਕੂਲ ਇਮਾਰਤਾਂ ਬਣਾਉਣ 'ਚ ਤੁਸੀਂ ਕਰਪਸ਼ਨ ਕੀਤੀ, ਐਕਸਾਈਜ਼ ਪਾਲਿਸੀ 'ਚ ਤੁਸੀਂ ਕਰਪਸ਼ਨ ਕੀਤੀ। ਜੇ ਕਰਪਸ਼ਨ ਨਹੀਂ ਕੀਤੀ ਸੀ ਵਾਪਸ ਕਿਉਂ ਲਈ ਐਕਸਾਈਜ਼ ਪਾਲਿਸੀ? ਕਿਉਂ ਵਾਪਸ ਲਈ ਐਕਸਾਈਜ਼ ਪਾਲਿਸੀ? ਜਿਹੜੀਆਂ ਚੀਜ਼ਾਂ ਨੂੰ ਤੁਹਾਡਾ ਲੈਫਟੀਨੈਂਟ ਅਪਰੂਵ ਕਰਦਾ ਹੈ ਨਾ, ਜਿਹੜੀ ਚੀਜ਼ ਨੂੰ ਤੁਹਾਡਾ ਲੈਫਟੀਨੈਂਟ ਅਪਰੂਵ ਕਰਦਾ ਹੈ, ਤੁਸੀਂ ਲੈਫਟੀਨੈਂਟ ਉੱਥੇ ਕਿਉਂ ਲਗਾਇਆ ਹੋਇਆ? ਉਹ ਕਹਿੰਦੇ ਉਹਨਾਂ ਨੇ ਕੀ ਤੁਸੀਂ ਆਪਣੀ ਗੱਲ ਕਰੋ ਨਾ। ਔਰ ਮੈਂ ਤੁਹਾਨੂੰ ਦੱਸਦਾ ਰਿਹਾ ਐਕਸਾਈਜ਼ ਨੂੰ ਲੈ ਕੇ ਹੀ ਇਹ ਰੇਡ ਹੋ ਰਹੀ ਹੈ, ਜਿਨੀ ਸਾਨੂੰ ਜਾਣਕਾਰੀ ਹੈ। ਸਨੀ ਜੀ, ਐਕਸਾਈਜ਼ ਪਾਲਿਸੀ ਨੂੰ ਲੈ ਕੇ ਸੁਭਾਸ਼ ਸ਼ਰਮਾ ਜੀ ਕਹਿ ਰਹੇ ਨੇ ਕਿ ਜੇ ਕੋਈ ਗੜਬੜ ਨਹੀਂ ਸੀ ਫਿਰ ਵਾਪਸ ਕਿਉਂ? ਪੰਜਾਬ ਦੀ ਵੀ ਕੁਝ ਕਰ ਰਹੇ ਨੇ। ਪੰਜਾਬ ਦੀ ਇਹਨਾਂ ਦੀ ਐਕਸਾਈਜ਼ ਪਾਲਿਸੀ ਸੁਭਾਸ਼ ਜੀ ਗੱਲ ਪੂਰੀ ਕਰ ਲੈਣ ਦਿਓ। ਨੂੰ ਫਾਇਦਾ ਪਹੁੰਚਾਉਣ ਲਈ ਹੈ। ਸਾਰੇ ਪੰਜਾਬੀਆਂ ਨੂੰ ਇਹਨਾਂ ਨੇ ਬਾਹਰ ਕਰ ਦੇਣਾ ਨਿਕਲ ਦੇ ਕੰਮ ਚੋਂ। ਜੀ ਸੁਭਾਸ਼ ਜੀ ਗੱਲ ਪੂਰੀ ਕਰ ਲੈਣ ਦਿਓ। शर्मा जी ਨੂੰ ਇੱਕ ਗੱਲ ਪੁੱਛੋ ਕਿ ਜੇ ਕਿਸੇ ਜਗ੍ਹਾ ਤੋਂ ਰੈਵਨਿਊ 6000 ਕਰੋੜ ਆਉਂਦਾ
ਤੇ ਉਹ ਰੈਵਨਿਊ 9000 ਕਰੋੜ ਆ ਜਾਏ, ਉਸ 'ਚ ਕਰਪਸ਼ਨ ਵਧੀ ਹੈ ਕਿ ਘਟੀ ਆ? ਇਹ ਸਵਾਲ ਹੈ ਇਹਨਾਂ ਨੂੰ ਕਿ ਵੀ ਜਦ ਸਰਕਾਰ ਅਰੇ ਵਾਪਸ ਕਿਉਂ ਲਈ? ਮੈਂ ਤਾਂ ਇਹ ਸਵਾਲ ਪੁੱਛ ਰਿਹਾ, ਅਗਰ ਇੰਨੀ ਠੀਕ ਸੀ ਤੇ ਵਾਪਸ ਕਿਉਂ ਲਈ? ਤੇ ਜਦ ਵਾਪਸ ਕਿਉਂ ਲਈ? ਵੱਧਦਾ ਪਿਆ ਹੈ ਤੇ ਇਹਨਾਂ ਨੂੰ ਪੁੱਛੋ ਵੀ ਕਰਪਸ਼ਨ ਘਟੂਗੀ ਕਿ ਵਧੂਗੀ? ਸੁਭਾਸ਼ ਜੀ ਇਹੀ ਸਵਾਲ ਕਰ ਰਹੇ ਨੇ ਕਿ ਜੇ ਰੈਵਨਿਊ ਵਧਿਆ, ਜੇ ਇਹ ਸਾਰਾ ਕੁਝ ਠੀਕ ਸੀ, ਫਿਰ ਪਾਲਿਸੀ ਵਾਪਸ ਕਿਉਂ ਲਈ? ਮੈਡਮ ਏਦਾਂ ਪੰਜਾਬ ਦਾ ਹਾਈ ਕੋਰਟ ਨੇ ਤੁਹਾਡੀ ਐਕਸਾਈਜ਼ ਪਾਲਿਸੀ ਤੇ ਸੁਭਾਸ਼ ਜੀ ਜਵਾਬ ਲੈ ਲਈਏ, ਸੁਭਾਸ਼ ਜੀ ਜਵਾਬ ਲੈ ਲਈਏ। ਐਕਸਾਈਜ਼ ਪਾਲਿਸੀ ਵਾਪਸ ਕਰਨ ਲਈ ਕਿਹਾ ਹੁੰਦਾ ਤੇ ਫਿਰ ਐਕਸਾਈਜ਼ ਪਾਲਿਸੀ ਲਾਗੂ ਕਿਵੇਂ ਹੋਗੀ? ਅਰੇ ਕਿਆ ਨਹੀਂ ਕਹਿੰਦੇ ਕਿ ਇਹ ਕੇਸ ਸ਼ੁਰੂ ਹੈ, ਦਿੱਲੀ ਚ ਵਾਪਸ ਲੈ ਲਈ, ਦਿੱਲੀ ਚ ਯੂ ਹੈਵ ਟੇਕਨ ਦੈਟ ਯੂਰ ਐਕਸਾਈਜ਼ ਪਾਲਿਸੀ। ਜੇ ਹਾਈ ਕੋਰਟ ਦਿੱਲੀ ਚ ਵਾਪਸ ਲੈ ਲਈ ਆਪਣੀ ਐਕਸਾਈਜ਼ ਪਾਲਿਸੀ ਜਿਹੜੀ 100 ਕਾਰਡ ਤੁਸੀਂ ਕਹਿ ਰਹੇ ਹੋ ਐਕਸਾਈਜ਼ ਪਾਲਿਸੀ ਹੈ। ਹਾਈ ਕੋਰਟ 'ਚ ਜਾ ਕੇ ਇਸ ਲਈ ਵੀ ਹਰ ਇੱਕ ਚੀਜ਼ ਲਈ ਅਪੀਲ ਕਰਦੇ ਹੋ, ਇਹਦਾ ਮਤਲਬ ਨਹੀਂ ਉਹਨਾਂ ਨੇ ਕਿਹਾ ਐਕਸਾਈਜ਼ ਪਾਲਿਸੀ ਵਾਪਸ ਲਓ। ਹਾਈ ਕੋਰਟ ਨੇ ਕਿਹਾ ਹੈ ਕਿ ਅਸੀਂ ਤੁਹਾਡੀ ਅਪੀਲ ਐਕਸੈਪਟ ਕਰਦੇ ਹਾਂ, ਨਹੀਂ ਕਰਦੇ। ਇਹਦਾ ਇਹ ਮਤਲਬ ਨਹੀਂ ਕਿ ਪਾਲਿਸੀ ਗਲਤ ਹੈ। ਦਿੱਲੀ ਚ ਵਾਪਸ ਕਿਉਂ ਲੈ ਲਈ? ਪਿਛਲੇ ਸਾਲ ਦਿੱਲੀ ਚ ਵਾਪਸ ਕਿਉਂ ਲੈ ਲਈ? ਦਿੱਲੀ ਦੇ ਅੰਦਰ ਤਾਂ ਤੁਸੀਂ ਲੈਫਟੀਨੈਂਟ ਬਿਠਾਇਆ, ਕੋਈ ਫੈਸਲਾ ਕਰ ਕਿੱਥੇ ਕਰਨ ਦਿੰਦੇ ਹੋ? ਤੁਹਾਡੀ ਸਰਕਾਰ ਨੇ ਵਾਪਸ ਲਈ ਹੈ, ਲੈਫਟੀਨੈਂਟ ਦਾ ਕੋਈ ਰੋਲ ਨਹੀਂ। ਡੋਂਟ ਮਿਸਗਾਈਡ ਪੂਰੀ don't misguide the viewer. Your government has taken back. ਤੁਹਾਡੀ ਸਰਕਾਰ ਨੇ ਵਾਪਸ ਲਈ ਹੈ, ਲੈਫਟੀਨੈਂਟ ਨੇ ਵਾਪਸ ਨਹੀਂ ਲਈ ਜੀ। ਸ਼ਰਮਾ ਜੀ ਸਰਕਾਰ ਨੇ ਵਾਪਸ ਲਈ ਨੌਲੇਜ ਹੈ ਨਾ, ਉਹਨੂੰ ਪਹਿਲਾਂ ਨੌਲੇਜ ਨੂੰ ਵਧਾਓ ਆਪਣੀ ਨੂੰ। ਪਹਿਲਾਂ ਸਟੇਟ ਤੇ ਫੁੱਲ ਸਟੇਟ ਦੇ ਅੰਦਰ ਫਰਕ ਸਮਝੋ। ਤੁਸੀਂ ਲੈਫਟੀਨੈਂਟ ਕਾਹਨੂੰ ਬਿਠਾਇਆ? ਜੀ ਗੱਲ ਪੂਰੀ ਹੋ ਲੈਣ ਦਿਓ ਸੁਭਾਸ਼ ਜੀ, ਗੱਲ ਪੂਰੀ ਹੋ ਲੈਣ ਦਿਓ। ਇਹਨਾਂ ਦੀ ਗੁੰਡਾਗਰਦੀ ਕਰਨ ਦੀ ਆਦਤ ਹੈ ਬੀਜੇਪੀ ਦੀ। ਇਹ ਲੋਕ ਜਿਹੜੇ ਗੁੰਡੇ ਨੇ ਸਾਰੇ ਅਸੀਂ ਪਾਰਟੀ 'ਚ ਨੇ, ਗੁੰਡਾਗਰਦੀ ਕਰਨ ਦੇ ਕਾਜੀ, ਇਸ ਲਈ ਤਾਂ ਬੋਲਣ ਨਹੀਂ ਦਿੰਦੇ। ਤੁਹਾਡੀ ਪਾਰਟੀ ਅਮਾਨਤੁੱਲਾ ਖਾਨ ਨੂੰ ਸਜ਼ਾ ਤੁਹਾਡੀ ਪਾਰਟੀ 'ਚ ਹੋਈ ਦਿੱਲੀ ਦੰਗਿਆਂ ਵਾਲੇ ਨੂੰ, ਤੁਹਾਡੀ ਹਰਿਆਣਾ ਦੀ ਗੁਰਦਾਸ ਦੀ ਪਾਰਟੀ ਨੂੰ ਸਜ਼ਾ ਹੋਈ। ਜੀ ਸੁਭਾਸ਼ ਜੀ ਗੱਲ ਪੂਰੀ ਹੋ ਲੈਣ ਦਿਓ, ਇਸ ਤਰੀਕੇ ਨਾਲ ਕਿਸੇ ਦੀ ਵੀ ਗੱਲ ਨਹੀਂ ਸਮਝ ਆਉਂਦੀ, ਗੱਲ ਪੂਰੀ ਹੋ ਲੈਣ ਦਿਓ। ਦੇਖੋ ਸਭ ਤੋਂ ਪਹਿਲੀ ਗੱਲ ਹੈ, ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਦਿੱਲੀ ਜਿਹੜੀ ਹੈ ਉਹ ਫੁੱਲ ਸਟੇਟ ਨਹੀਂ ਹੈ। ਉੱਥੇ ਲੈਫਟੀਨੈਂਟ ਬੈਠਾ ਹੋਇਆ, ਹਰ ਇੱਕ ਫਾਈਲ ਉਹਨਾਂ ਕੋਲ ਜਾਂਦੀ ਹੈ, ਉੱਥੋਂ ਹੀ ਸਾਰੀ ਚੀਜ਼ਾਂ ਰੁਕੀ। ਪੰਜਾਬ ਦੇ ਅੰਦਰ ਕਹਿੰਦੇ ਵੀ ਇਹਨਾਂ ਨੇ ਐਕਸਾਈਜ਼ ਪਾਲਿਸੀ ਵਾਪਸ ਲੈ ਲਈ, ਹਾਈ ਕੋਰਟ ਨੇ ਕਹਿਤਾ ਇਹ ਗਲਤ ਨਹੀਂ ਕਿ ਵਾਪਸ ਲੈ ਲਈ। ਹਾਈ ਕੋਰਟ ਨੇ ਅਪੀਲ ਐਕਸੈਪਟ ਕਰ ਲਈ। ਹਾਈ ਕੋਰਟ ਤਾਂ ਡੈਮੋਕ੍ਰੈਟਿਕ ਕੰਟਰੀ ਹੈ, ਅਸੀਂ ਤੁਹਾਡੇ ਵਰਗੋ ਕੰਮ ਥੋੜੀ ਕਰਦੇ ਆ ਕਿ ਵੀ ਕਿਸੇ ਨੂੰ ਡਰਾਈਏ, ਕਿਸੇ ਨੂੰ ਧਮਕਾਈਏ, ਕਿਸੇ ਨੂੰ ਕਰੀਏ। ਇਹ ਆਮ ਆਦਮੀ ਪਾਰਟੀ ਹੈ, ਇਹ ਸ਼ਰੀਫਾਂ ਦੀ ਪਾਰਟੀ ਹੈ, ਗੁੱਡੂਆਂ ਦੀ ਪਾਰਟੀ ਨਹੀਂ ਹੈ ਕਿ ਇਹ ਲੋਕ। ਮੈਡਮ ਮੈਂ ਸ਼ਰਮਾ ਜੀ ਨੂੰ ਕੋਈ ਆ ਤਾਂ ਡਿਬੇਟ ਜੀ ਸੁਭਾਸ਼ ਜੀ ਗੱਲ ਪੂਰੀ ਹੋ ਲੈਣ ਦਿਓ। ਇਹ ਸ਼ਰਮਾ ਜੀ ਤਾਂ ਸੁਣ ਹੀ ਨਹੀਂ ਸਕਦੇ ਕਿਸੇ ਦੀ ਗੱਲ, ਕਿਉਂਕਿ ਅਸਲੀਅਤ ਇਹਨਾਂ ਨੇ ਦੁਨੀਆ ਤੱਕ ਪਹੁੰਚਣ ਨਹੀਂ ਦੇਣੀ। ਬੀਜੇਪੀ ਦਾ ਮੇਨ ਫੰਡਾ ਹੈ ਕਿ ਆਮ ਆਦਮੀ ਪਾਰਟੀ ਦੀ ਆਵਾਜ਼ ਜਿਹੜੀ ਹੈ ਉਹ ਹਰ ਇੱਕ ਘਰ ਨਾ ਪਹੁੰਚੇ, ਉਸੇ ਤੇ ਲੱਗੇ ਹੋਏ ਨੇ। ਮੈਂ ਇਹਨਾਂ ਨੂੰ ਇੱਕ ਗੱਲ ਕਹਿੰਦਾ ਕਿ ਹਾਈ ਕੋਰਟ 'ਚ ਜਾ ਕੇ ਜੇ ਕੋਈ ਬੰਦਾ ਅਪੀਲ ਕਰਦਾ ਹੈ, ਇਹਦਾ ਮਤਲਬ ਐਕਸਾਈਜ਼ ਪਾਲਿਸੀ ਵਾਪਸ ਹੋਗੀ। ਐਕਸਾਈਜ਼ ਪਾਲਿਸੀ ਬਿਲਕੁਲ ਟ੍ਰਾਂਸਪੇਰੈਂਟ ਹੈ, ਰੈਵਨਿਊ ਵਧ ਰਿਹਾ, ਸਟੇਟ ਦਾ ਫਾਇਦਾ ਹੋ ਰਿਹਾ। ਇਹ ਲੋਕ ਮਾਫੀਆ ਚਲਾਉਂਦੇ ਰਹੇ ਅੱਜ ਤੱਕ। ਬੀਜੇਪੀ ਦਾ ਸਭ ਤੋਂ ਵੱਡਾ ਹੱਥ ਹੈ ਮਾਫੀਆ ਚਲਾਉਣ 'ਚ। ਅੱਜ ਇਹ ਲੋਕ ਜੋ ਮਰਜ਼ੀ ਇੱਥੇ ਬੈਠੇ ਗੱਲਾਂ ਕਰਨ। ਗੁਜਰਾਤ ਦੇ ਅੰਦਰ ਸ਼ਰਾਬ ਬੈਨ ਹੈ ਔਰ ਉੱਥੇ ਦੇਖੋ ਰੋਜ਼ ਲੋਕ ਮਰ ਜਾਂਦੇ। ਇਹਨਾਂ ਦੀ ਸਰਕਾਰ ਹੈ, ਇਲੀਗਲ ਸ਼ਰਾਬਾਂ ਵੇਚ ਰਹੇ ਨੇ ਸਾਰੀ ਜਗ੍ਹਾ ਤੇ। ਇਹ ਹਾਲ ਹੈ ਇਹਨਾਂ ਦਾ। ਔਰ ਸਾਨੂੰ ਇਹ ਦੱਸਦੇ ਪਏ ਹੈ ਜਿੱਥੇ ਸ਼ਰਾਬ ਬੈਨ ਹੈ ਉਹ ਸਟੇਟ ਦੇ ਅੰਦਰ ਇਹ ਲੋਕ ਸਾਰੇ ਖਾਨਿਆਂ ਦੇ ਥਰੂ ਔਰ ਆਪਣੇ ਲੀਡਰਾਂ ਦੇ ਥਰੂ ਸ਼ਰਾਬ ਵੇਚਦੇ ਪਏ ਨੇ। ਇਹਦਾ ਕੀ ਜਵਾਬ ਹੈ ਇਹਨਾਂ ਕੋਲ? ਕਿਵੇਂ? ਜੀ ਸੁਭਾਸ਼ ਜੀ ਕੀ ਕਹਿਣਾ ਚਾਹੋਗੇ? ਦੇਖੋ ਇਹਨਾਂ ਦੀ ਐਕਸਾਈਜ਼ ਪਾਲਿਸੀ ਦਿੱਲੀ ਸਰਕਾਰੀ ਦੁਕਾਨਾਂ ਬੰਦ ਕਰਕੇ ਦੋ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਲੈ ਕੇ ਆਂਦੀ ਗਈ। ਉਦੋਂ ਤੋਂ ਗੱਲ ਚੱਲ ਰਹੀ ਸੀ ਕਿ ਇਹਦੇ ਕਰਪਸ਼ਨ ਹੋਈ ਹੈ। ਉਹਦੇ ਤਹਿਤ ਸਾਰਾ ਬਹੁਤ ਵੱਡੇ ਲੈਵਲ ਤੇ ਕਰਪਸ਼ਨ ਦਾ ਪਰਦਾਫਾਸ਼ ਹੋ ਰਿਹਾ। ਤੁਸੀਂ ਦੇਖੋਗੇ ਜਦੋਂ ਸੀਬੀਆਈ ਆਪਣਾ ਕੇਸ ਫਾਈਲ ਕਰੇਗੀ ਤੇ ਕੌਣ-ਕੌਣ ਚਿਹਰੇ ਨੰਗੇ ਹੋਣਗੇ। ਇਹ ਡਰ ਗਏ, ਇਸ ਕਰਕੇ ਇਹਨਾਂ ਨੇ ਥੋੜੇ ਦਿਨ ਪਹਿਲਾਂ ਹੀ ਚਿੱਠੀ ਵੀ ਤੁਹਾਨੂੰ ਮੈਂ ਦਿਖਾ ਦੂੰਗਾ, ਇਹਨਾਂ ਨੇ ਆਪ ਹੀ ਆਪਣੀ ਸਰਕਾਰੀ ਜਿਹੜੀ ਪਾਲਿਸੀ ਸੀਗੀ ਐਕਸਾਈਜ਼ ਦੀ ਉਹ ਵਾਪਸ ਲੈ ਲਈ। ਲੇਕਿਨ ਉਹ ਕਹਿ ਰਹੇ ਨੇ ਕਿ ਲਗਾਤਾਰ ਵੈਂਡੇਟਾ ਦੇ ਤਹਿਤ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ। ਪੰਜਾਬ ਪਾਲਿਸੀ ਲੈ ਕੇ ਆਂਦੀ ਜਾ ਰਹੀ ਹੈ। ਪੰਜਾਬ ਦੇ ਅੰਦਰ ਜਿੰਨੇ ਪੰਜਾਬੀ ਨੇ ਜਿਹੜੇ ਸ਼ਰਾਬ ਦੇ ਕਾਰੋਬਾਰ ਸੀ, ਸਾਰੇ ਇਹਨਾਂ ਦੀ ਪਾਲਿਸੀ ਦਾ ਵਿਰੋਧ ਕਰ ਰਹੇ ਆ। ਸਾਰੇ ਇਹ ਗੱਲ ਕਹਿ ਰਹੇ ਆ ਕਿ ਸਾਨੂੰ ਸਾਰਿਆਂ ਨੂੰ ਬਾਹਰ ਕਰਕੇ ਦੋ ਕੰਪਨੀਆਂ ਜਿਨ੍ਹਾਂ ਨੂੰ ਦਿੱਲੀ 'ਚ ਫਾਇਦਾ ਪਹੁੰਚਾਇਆ ਸੀ, ਉਹਨਾਂ ਨੂੰ ਹੀ ਪੰਜਾਬ 'ਚ ਫਾਇਦਾ ਪਹੁੰਚਾਉਣ ਲਈ ਸਾਰੀ ਮੋਨੋਪੋਲੀ ਬਣਾਉਣ ਲਈ ਇਹ ਐਕਸਾਈਜ਼ ਪਾਲਿਸੀ ਲੈ ਕੇ ਆਂਦੀ ਗਈ ਆ। ਤੁਸੀਂ ਧੋਖਾਧੜੀ ਕਰੋ, ਤੁਸੀਂ ਬੇਈਮਾਨੀ ਕਰੋ, ਤੁਸੀਂ ਕਰਪਸ਼ਨ ਕਰੋ, ਤੁਹਾਨੂੰ ਕੋਈ ਕੁਛ ਨਾ ਕਵੇ, ਇਹ ਤਾਂ ਕੋਈ ਗੱਲ ਨਹੀਂ। ਇਸ ਕਰਕੇ ਸੀਬੀਆਈ ਆਪਣਾ ਕੰਮ ਕਰ ਰਹੀ ਆ। ਸੀਬੀਆਈ ਤੇ ਵਿਸ਼ਵਾਸ ਰੱਖੋ। ਤੁਹਾਨੂੰ ਸੀਬੀਆਈ ਤੇ ਵਿਸ਼ਵਾਸ ਨਹੀਂ ਹੈ ਤੇ ਨਿਆਲਿਆਂ ਤੇ ਵਿਸ਼ਵਾਸ ਰੱਖੋ। ਰੌਲਾ ਪਾਉਣ ਦੀ ਕੋਈ ਲੋੜ ਹੀ ਨਹੀਂ। ਜੇ ਪਾਸ ਸਾਫ ਹੋਗੇ ਤੇ ਕੋਰਟ ਤੋਂ ਛੁੱਟ ਜਾਓਗੇ, ਨਹੀਂ ਤਾਂ ਜਿਵੇਂ ਸਿੰਦਰ ਜਾਨ ਸਾਹਿਬ ਜੇਲ੍ਹ 'ਚ ਨੇ, ਹੋਰ ਵੀ ਕਈਆਂ ਦਾ ਨੰਬਰ ਆ ਜਾਣਾ। ਚਲੋ ਸ਼ੁਕਰੀਆ ਸੁਭਾਸ਼ ਜੀ ਸਾਡੇ ਨਾਲ ਜੁੜਨ ਦੇ ਲਈ। ਸਨੀ ਆਲੂਵਾਲੀਆ ਜੀ ਤੁਹਾਡਾ ਵੀ ਸ਼ੁਕਰੀਆ। ਤਾਂ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। 21 ਲੋਕੇਸ਼ਨਸ ਦੇ ਉੱਤੇ ਦਿੱਲੀ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਐਕਸਾਈਜ਼ ਦੇ ਮਾਮਲੇ ਨੂੰ ਲੈ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦਾ ਘਰ ਵੀ ਸ਼ਾਮਲ ਹੈ। ਉਹਨਾਂ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਤੇ ਨਾਲ ਹੀ ਕਿਹਾ ਹੈ ਕਿ ਸੀਬੀਆਈ ਦਾ ਸਵਾਗਤ ਹੈ। ਇਸ ਜਾਂਚ ਦੇ ਵਿੱਚ ਕੁਝ ਵੀ ਸਾਹਮਣੇ ਨਹੀਂ ਆਵੇਗਾ। ਉਹਨਾਂ ਨੇ ਕਿਹਾ ਕਿ ਮੇਰੇ ਤੇ ਪਹਿਲਾਂ ਵੀ ਕਈ ਕੇਸ ਦਰਜ ਕੀਤੇ ਨੇ ਲੇਕਿਨ ਕੁਝ ਨਹੀਂ ਨਿਕਲਿਆ, ਇਸ ਦੇ ਵਿੱਚ ਵੀ ਕੁਝ ਨਹੀਂ ਨਿਕਲਿਆ।
ਕੋਰਟ 'ਚ ਸੱਚ ਸਾਹਮਣੇ ਆਵੇਗਾ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕੀਤਾ ਹੈ ਤੇ ਲਿਖਿਆ ਹੈ ਕਿ ਜਾਣਬੁੱਝ ਕੇ ਡਰਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ, ਜੋ ਵੀ ਚੰਗਾ ਕੰਮ ਕਰਦਾ ਹੈ ਉਸ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਸ ਦਿਨ ਨਿਊਯਾਰਕ ਟਾਈਮਜ਼ ਦੇ ਵਿੱਚ ਦਿੱਲੀ ਦੇ ਸਿੱਖਿਆ ਮਾਡਲ ਨੂੰ ਲੈ ਕੇ ਖਬਰ ਛਪੀ ਹੈ, ਮਨੀਸ਼ ਸਿਸੋਦੀਆ ਦੀ ਤਾਰੀਫ ਹੋਈ ਹੈ, ਉਹਨਾਂ ਦੀ ਤਸਵੀਰ ਛਪੀ ਹੈ, ਉਸੇ ਦਿਨ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀਬੀਆਈ ਦਾ ਸਵਾਗਤ ਹੈ। ਪਹਿਲਾਂ ਵੀ ਕਈ ਜਾਂਚ ਤੇ ਰੇਡਸ ਹੋਈਆਂ ਨੇ, ਕੁਝ ਨਹੀਂ ਨਿਕਲਿਆ, ਹੁਣ ਵੀ ਕੁਝ ਨਹੀਂ ਨਿਕਲੇਗਾ। ਇਹ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ। ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਇਸ ਵੇਲੇ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। शंकर आनंद साडे सहयोगी जुड़े ने और जानकारी के लिए। शंकर, क्या कुछ और अपडेट आपके पास? देखिए, इस वक्त में पंजाब में भी सर्च ऑपरेशन प्रारंभ हो चुकी है। पंजाब के भी कई लोकेशन पर इस वक्त में सर्च ऑपरेशन को अंजाम दिया जा रहा है और उसका कनेक्शन सीधे तौर पर राजधानी दिल्ली से जुड़ता है। राजधानी दिल्ली में जिस तरह से बकायदा आज आबकारी नीति के खिलाफ आज जिस तरह से सीबीआई के द्वारा सर्च ऑपरेशन को अंजाम दिया जा रहा है, जो कुल 21 लोकेशन है, उस 21 लोकेशन के अंतर्गत पंजाब भी है। पंजाब के रहने वाले कई जो बिचौलिए हैं और कई कुछ ऐसे लोग हैं जिनका राजनीतिक कनेक्शन बहुत मजबूत है, उन लोगों के खिलाफ भी बकायदा जिसकी भूमिका रही है इस केस में और उस लिहाज से बकायदा उसके खिलाफ आज कार्रवाई की जा रही है। तो एक तरह से कहा जा सकता है कि जो अपने राजनीतिक वजूद और उनके पकड़ की वजह से कई शराब दुकानें जो है गलत तरीके से उसका टेंडर प्राप्त करने में जिसको मदद मिला था, तो वो भी ये मसला आज काफी इम्पोर्टेंट बना हुआ है और इस लिहाज से आज 21 लोकेशन पर सर्च ऑपरेशन को अंजाम दिया जा रहा है। तो राजधानी दिल्ली एनसीआर से लेकर अब ये मामला पंजाब तक पहुंचा हुआ है और पंजाब में भी इस वक्त में सर्च ऑपरेशन को अंजाम दिया जा रहा है। लेकिन वो शख्स कौन है जिसके आवाज से सर्च ऑपरेशन को अंजाम दिया जा रहा है, फिलहाल सीबीआई के द्वारा उस मामले की औपचारिक तौर पर जानकारी नहीं दी जा रही है, क्योंकि इस वक्त में सर्च ऑपरेशन के वक्त में वहां पर कानून व्यवस्था ना बिगड़े, वहां पर ज्यादा लोगों की भीड़ ना हो, इसलिए उसका नाम का इजहार नहीं किया जा रहा है, औपचारिक तौर पर ऐलान नहीं किया जा रहा है। लेकिन थोड़ी देर के बाद इस मामले में 10 से 11 बजे के बीच में तमाम नामों के बारे में बताया जाएगा और उस पर किस तरह के इल्जाम लगे हैं उसके बारे में भी औपचारिक तौर पर जानकारी दे दी जाएगी। जी शुक्रिया शंकर पूरी जानकारी के लिए। ਤਾਂ ਪੰਜਾਬ ਦੇ ਵਿੱਚ ਵੀ ਛਾਪੇਮਾਰੀ ਹੋ ਰਹੀ ਹੈ, 21 ਲੋਕੇਸ਼ਨਾਂ ਦੇ ਉੱਤੇ ਛਾਪੇਮਾਰੀ ਹੋ ਰਹੀ ਹੈ, ਜਿਸ ਦੇ ਵਿੱਚ ਪੰਜਾਬ ਦੇ ਵਿੱਚ ਵੀ ਕਈ ਲੋਕੇਸ਼ਨਾਂ ਤੇ ਛਾਪੇਮਾਰੀ ਹੋ ਰਹੀ ਹੈ। ਸਿੱਧੇ ਦਿੱਲੀ ਦੇ ਵਿੱਚ ਜੋ ਛਾਪੇਮਾਰੀ ਹੋ ਰਹੀ ਹੈ ਉਸੇ ਦੇ ਨਾਲ ਸੰਬੰਧ ਰੱਖਦੀ ਹੈ ਇਹ ਛਾਪੇਮਾਰੀ। ਸੀਬੀਆਈ ਦੇ ਵੱਲੋਂ ਅਜੇ ਤੱਕ ਨਾਮਾਂ ਦਾ ਖੁਲਾਸਾ ਨਹੀਂ ਕੀਤਾ ਗਿਆ। ਡਿਪਟੀ ਸੀਐਮ ਦਿੱਲੀ ਦੇ ਮਨੀਸ਼ ਸਿਸੋਦੀਆ ਉਹਨਾਂ ਦੇ ਵੱਲੋਂ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਤੇ ਕਿ ਉਹਨਾਂ ਦੇ ਘਰ ਸੀਬੀਆਈ ਪਹੁੰਚੀ ਹੋਈ ਹੈ, ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਐਕਸਾਈਜ਼ ਪਾਲਿਸੀ ਦੇ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਨੇ, ਉਸੇ ਨੂੰ ਲੈ ਕੇ ਇਹ ਜਾਂਚ ਕੀਤੀ ਜਾ ਰਹੀ ਹੈ, ਛਾਪੇਮਾਰੀ ਕੀਤੀ ਜਾ ਰਹੀ ਹੈ। ਐਲਜੀ ਦੇ ਵੱਲੋਂ, ਦਿੱਲੀ ਦੇ ਐਲਜੀ ਦੇ ਵੱਲੋਂ ਇਸ ਮਾਮਲੇ 'ਚ ਸੀਬੀਆਈ ਨੂੰ ਚਿੱਠੀ ਲਿਖੀ ਗਈ ਸੀ ਕਾਰਵਾਈ ਦੇ ਲਈ, ਜਿਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਤੇ ਛਾਪੇਮਾਰੀ ਇਸ ਮਾਮਲੇ ਨੂੰ ਲੈ ਕੇ ਕੀਤੀ ਜਾ ਰਹੀ ਹੈ। ਐਕਸਾਈਜ਼ ਪਾਲਿਸੀ ਦੇ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ, ਜਿਸ ਤੋਂ ਬਾਅਦ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਘਰ ਦੇ ਸਮੇਤ 21 ਲੋਕੇਸ਼ਨਸ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹੀ ਮਾਮਲਾ ਹੈ ਐਕਸਾਈਜ਼ ਪਾਲਿਸੀ ਦਾ, ਜਿਸ ਮਾਮਲੇ 'ਚ ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ ਛਾਪੇਮਾਰੀ ਇਸ ਵੇਲੇ ਕੀਤੀ ਜਾ ਰਹੀ ਹੈ। ਮਨੀਸ਼ ਸਿਸੋਦੀਆ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਨੇ ਟਵੀਟ ਕੀਤਾ ਹੈ, ਲਿਖਿਆ ਹੈ ਕਿ ਮੇਰੇ ਤੇ ਪਹਿਲਾਂ ਵੀ ਕਈ ਕੇਸ ਦਰਜ ਕੀਤੇ ਨੇ ਲੇਕਿਨ ਕੁਝ ਨਹੀਂ ਨਿਕਲਿਆ, ਇਸ ਚੋਂ ਵੀ ਕੁਝ ਨਹੀਂ ਨਿਕਲੇਗਾ। ਸੀਬੀਆਈ ਦਾ ਸਵਾਗਤ ਹੈ, ਅਸੀਂ ਜਾਂਚ 'ਚ ਪੂਰਾ ਸਹਿਯੋਗ ਕਰਾਂਗੇ, ਕੋਰਟ ਦੇ ਵਿੱਚੋਂ ਸੱਚ ਸਾਹਮਣੇ ਆਵੇਗਾ। ਇਹ ਮਨੀਸ਼ ਸਿਸੋਦੀਆ ਨੇ ਟਵੀਟ ਕੀਤੇ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕੀਤੇ ਨੇ ਤੇ ਉਹਨਾਂ ਨੇ ਲਿਖਿਆ ਹੈ ਕਿ ਦਿੱਲੀ ਦੇ ਸਿੱਖਿਆ ਤੇ ਸਿਹਤ ਮਾਡਲ ਦੀ ਪੂਰੀ ਦੁਨੀਆ ਚਰਚਾ ਕਰ ਰਹੀ ਹੈ ਤੇ ਉਸੇ ਸਮੇਂ ਇਹ ਰੇਡਸ ਕੀਤੀਆਂ ਜਾ ਰਹੀਆਂ ਨੇ ਸੀਬੀਆਈ ਦੇ ਵੱਲੋਂ। ਅਸਲ ਦੇ ਵਿੱਚ ਜੋ ਵੀ ਕੋਈ ਚੰਗਾ ਕੰਮ ਕਰਦਾ ਹੈ ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕੀਤਾ ਹੈ। ਭਗਵੰਤ ਮਾਨ ਨੇ ਵੀ ਟਵੀਟ ਕਰਕੇ ਇਸ ਸੀਬੀਆਈ ਰੇਡ ਨੂੰ ਲੈ ਕੇ ਲਿਖਿਆ ਹੈ ਕਿ ਸੀਬੀਆਈ ਦਾ ਸਵਾਗਤ ਕਰਦੇ ਹਾਂ ਤੇ ਇਸ ਜਾਂਚ ਦੇ ਵਿੱਚ ਕੁਝ ਵੀ ਸਾਹਮਣੇ ਨਹੀਂ ਆਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਨੂੰ ਲੈ ਕੇ ਟਵੀਟ ਕੀਤਾ ਹੈ। ਮਨੀਸ਼ ਸਿਸੋਦੀਆ ਦੇ ਘਰ ਇਸ ਵੇਲੇ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਦਿੱਲੀ ਤੇ ਪੰਜਾਬ ਦੀਆਂ ਕਈ ਹੋਰ ਲੋਕੇਸ਼ਨਾਂ ਦੇ ਉੱਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਕਈ ਸਰਕਾਰੀ ਅਫਸਰਾਂ ਦੇ ਘਰਾਂ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਟੈਂਡਰਾਂ ਦੇ ਵਿੱਚ ਘੁਟਾਲੇ ਨੂੰ ਲੈ ਕੇ ਇਲਜ਼ਾਮ ਲੱਗੇ ਨੇ। ਦਿੱਲੀ ਦੇ ਵਿੱਚ ਜੋ ਐਕਸਾਈਜ਼ ਪਾਲਿਸੀ ਹੈ ਉਸ ਦੇ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ, ਉਸੇ ਨੂੰ ਲੈ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀਬੀਆਈ ਦੇ ਵੱਲੋਂ ਪੰਜਾਬ ਤੇ ਦਿੱਲੀ 'ਚ ਰੇਡਸ ਕੀਤੀਆਂ ਜਾ ਰਹੀਆਂ ਨੇ। ਦਿੱਲੀ ਦੀ ਐਕਸਾਈਜ਼ ਪਾਲਿਸੀ 'ਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ। ਐਲਜੀ ਦੇ ਵੱਲੋਂ ਸੀਬੀਆਈ ਨੂੰ ਚਿੱਠੀ ਲਿਖੀ ਗਈ ਸੀ ਕਾਰਵਾਈ ਕਰਨ ਦੇ ਲਈ, ਜਿਸ ਤੋਂ ਬਾਅਦ
ਹੁਣ ਸੀਬੀਆਈ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਹ ਟਵੀਟ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ। ਲਿਖਿਆ ਹੈ ਕਿ ਅੱਜ ਅਮਰੀਕਾ ਦੇ ਸਭ ਤੋਂ ਵੱਡੇ ਅਖਬਾਰ ਨਿਊਯਾਰਕ ਟਾਈਮਜ਼ ਦੇ ਫਰੰਟ ਪੇਜ ਤੇ ਮਨੀਸ਼ ਸਿਸੋਦੀਆ ਦੀ ਤਸਵੀਰ ਛਾਪੀ ਹੈ ਤੇ ਅੱਜ ਹੀ ਮੋਦੀ ਜੀ ਨੇ ਉਹਨਾਂ ਦੇ ਘਰ ਸੀਬੀਆਈ ਭੇਜ ਦਿੱਤੀ ਹੈ। ਭਗਵੰਤ ਮਾਨ ਨੇ ਟਵੀਟ ਕੀਤਾ ਹੈ, ਲਿਖਿਆ ਹੈ ਕਿ ਇਸ ਤਰ੍ਹਾਂ ਭਾਰਤ ਕਿਵੇਂ ਅੱਗੇ ਵਧੇਗਾ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਹੈ ਤੇ ਲਿਖਿਆ ਗਿਆ ਹੈ ਕਿ ਇਸ ਤਰ੍ਹਾਂ ਭਾਰਤ ਕਿਵੇਂ ਅੱਗੇ ਵਧੇਗਾ। ਜਿਸ ਦਿਨ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੀ ਤਸਵੀਰ ਨਿਊਯਾਰਕ ਟਾਈਮਜ਼ ਦੇ ਫਰੰਟ ਪੇਜ ਤੇ ਛਪੀ ਹੈ, ਦਿੱਲੀ ਦੇ ਸਿੱਖਿਆ ਮਾਡਲ ਦੀ ਤਾਰੀਫ ਹੋ ਰਹੀ ਹੈ, ਉਸੇ ਦਿਨ ਮੋਦੀ ਜੀ ਨੇ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਭੇਜ ਦਿੱਤੀ ਹੈ। ਸਿੱਧੇ ਇਲਜ਼ਾਮ ਪ੍ਰਧਾਨ ਮੰਤਰੀ ਦੇ ਉੱਤੇ ਲਗਾ ਦਿੱਤੇ ਨੇ ਤੇ ਲਿਖਿਆ ਹੈ ਕਿ ਇਸ ਤਰੀਕੇ ਦੇ ਨਾਲ ਭਾਰਤ ਕਿਵੇਂ ਅੱਗੇ ਵਧੇਗਾ। ਤਾਂ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਘਰ ਇਸ ਵੇਲੇ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਸੇ ਦੇ ਨਾਲ ਕਈ ਹੋਰ ਲੋਕੇਸ਼ਨਸ ਦੇ ਉੱਤੇ, ਕੁੱਲ 21 ਲੋਕੇਸ਼ਨਸ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਦੇ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ। ਵੱਡੀ ਖਬਰ ਹੈ ਇਸ ਵੇਲੇ ਦੀ, ਮਨੀਸ਼ ਸਿਸੋਦੀਆ ਦੇ ਘਰ ਦੇ ਉੱਤੇ ਛਾਪੇਮਾਰੀ ਸੀਬੀਆਈ ਦੇ ਵੱਲੋਂ ਕੀਤੀ ਜਾ ਰਹੀ ਹੈ। ਐਕਸਾਈਜ਼ ਪਾਲਿਸੀ 'ਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਨੇ। ਕਈ ਹੋਰ ਲੋਕੇਸ਼ਨਸ ਦੇ ਉੱਤੇ ਦਿੱਲੀ ਤੇ ਪੰਜਾਬ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਕਈ ਸਰਕਾਰੀ ਅਫਸਰਾਂ ਦੇ ਘਰਾਂ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਅਸੀਂ ਜਾਂਚ ਪੂਰਾ ਸਹਿਯੋਗ ਕਰਾਂਗੇ। ਸੀਬੀਆਈ ਦਾ ਸਵਾਗਤ ਹੈ, ਅਸੀਂ ਪੂਰਾ ਸਹਿਯੋਗ ਕਰਾਂਗੇ, ਕੋਰਟ ਦੇ ਵਿੱਚ ਸੱਚ ਸਾਹਮਣੇ ਆਵੇਗਾ। ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਦਰਜ ਹੋਏ ਨੇ, ਪਹਿਲਾਂ ਵੀ ਬਹੁਤ ਸਾਰੇ ਕੇਸ ਮੇਰੇ ਤੇ ਕੀਤੇ ਗਏ ਨੇ, ਲੇਕਿਨ ਉਹਨਾਂ ਚੋਂ ਕੁਝ ਨਹੀਂ ਨਿਕਲਿਆ ਤੇ ਇਸ ਦੇ ਵਿੱਚ ਵੀ ਕੁਝ ਨਹੀਂ ਨਿਕਲੇਗਾ। ਆਮ ਆਦਮੀ ਪਾਰਟੀ ਇਸ ਨੂੰ ਪੋਲੀਟੀਕਲ ਵੈਂਡੇਟਾ ਕਰਾਰ ਦੇ ਰਹੀ ਹੈ ਕਿ ਪੋਲੀਟੀਕਲ ਵੈਂਡੇਟਾ ਦੇ ਤਹਿਤ ਇਹ ਕਾਰਵਾਈਆਂ ਹੋ ਰਹੀਆਂ ਨੇ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਹਿਮਾਚਲ ਤੇ ਗੁਜਰਾਤ ਦੇ ਵਿੱਚ ਇਲੈਕਸ਼ਨਸ ਆ ਰਹੇ ਨੇ, ਚੋਣਾਂ ਆ ਰਹੀਆਂ ਨੇ ਤੇ ਬੀਜੇਪੀ ਨੂੰ ਇਹ ਡਰ ਹੈ ਕਿ ਆਮ ਆਦਮੀ ਪਾਰਟੀ ਅੱਗੇ ਵਧ ਰਹੀ ਹੈ, ਆਮ ਆਦਮੀ ਪਾਰਟੀ ਇਹਨਾਂ ਦੋਵੇਂ ਸਟੇਟਸ 'ਚ ਜਿੱਤ ਹਾਸਲ ਕਰੇਗੀ ਤੇ ਇਸੇ ਕਰਕੇ ਬੀਜੇਪੀ ਡਰੀ ਹੋਈ ਹੈ ਤੇ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਕਦੇ ਕਿਸੇ ਮਾਮਲੇ 'ਚ ਕਦੇ ਕਿਸੇ ਮਾਮਲੇ 'ਚ ਏਜੰਸੀਆਂ ਭੇਜੀਆਂ ਜਾ ਰਹੀਆਂ ਨੇ, ਲੇਕਿਨ ਕੁਝ ਵੀ ਨਹੀਂ ਨਿਕਲ ਰਿਹਾ ਤੇ ਹੁਣ ਫਿਰ ਤੋਂ ਸੀਬੀਆਈ ਨੂੰ ਭੇਜਿਆ ਗਿਆ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਤੇ ਉਹਨਾਂ ਨੇ ਵੀ ਟਵੀਟ ਕਰਕੇ ਲਿਖਿਆ ਹੈ ਕਿ ਜਿਸ ਦਿਨ ਨਿਊਯਾਰਕ ਟਾਈਮਜ਼ ਦੇ ਵਿੱਚ ਮਨੀਸ਼ ਸਿਸੋਦੀਆ ਦੀ ਤਸਵੀਰ ਛਪੀ ਹੈ, ਉਸੇ ਦਿਨ ਮੋਦੀ ਜੀ ਨੇ ਉਹਨਾਂ ਦੇ ਘਰ ਸੀਬੀਆਈ ਭੇਜ ਦਿੱਤੀ ਹੈ। ਇਸ ਤਰ੍ਹਾਂ ਦੇ ਨਾਲ ਦੇਸ਼ ਕਿਵੇਂ ਅੱਗੇ ਵਧੇਗਾ, ਇਹ ਸਵਾਲ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਸਿੱਧਾ ਨਿਸ਼ਾਨਾ ਪ੍ਰਧਾਨ ਮੰਤਰੀ ਦੇ ਉੱਤੇ ਸਾਧਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕੀਤਾ ਹੈ। ਉਹਨਾਂ ਨੇ ਵੀ ਕਿਹਾ ਹੈ ਕਿ ਜਿਸ ਦਿਨ ਤਾਰੀਫ ਹੋ ਰਹੀ ਹੈ ਦਿੱਲੀ ਦੇ ਸਿੱਖਿਆ ਮਾਡਲ ਦੀ, ਅਮਰੀਕਾ ਦੇ ਵਿੱਚ ਵੀ ਉਸ ਵੇਲੇ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਇਸ ਨੂੰ ਸਿੱਧਾ ਪੋਲੀਟੀਕਲ ਵੈਂਡੇਟਾ ਆਮ ਆਦਮੀ ਪਾਰਟੀ ਕਰਾਰ ਦੇ ਰਹੀ ਹੈ। ਇਸ ਤੋਂ ਪਹਿਲਾਂ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਵੀ ਜੁੜੇ ਸੀ, ਉਹਨਾਂ ਨੇ ਇਸ ਨੂੰ ਸਿੱਧਾ ਪੋਲੀਟੀਕਲ ਵੈਂਡੇਟਾ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਬੀਜੇਪੀ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਡਰੀ ਹੋਈ ਹੈ। ਆਮ ਆਦਮੀ ਪਾਰਟੀ ਹਿਮਾਚਲ ਤੇ ਗੁਜਰਾਤ ਦੇ ਵਿੱਚ ਇਲੈਕਸ਼ਨਸ 'ਚ ਅੱਗੇ ਵਧ ਰਹੀ ਹੈ ਤੇ ਇਲੈਕਸ਼ਨਸ 'ਚ ਜਿੱਤ ਹਾਸਲ ਕਰੇਗੀ ਤੇ ਇਸੇ ਤੋਂ ਹੀ ਡਰੀ ਹੋਈ ਹੈ ਬੀਜੇਪੀ ਤੇ ਇਸੇ ਕਰਕੇ ਇਸ ਕਿਸਮ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਪੋਲੀਟੀਕਲ ਵੈਂਡੇਟਾ ਆਮ ਆਦਮੀ ਪਾਰਟੀ ਕਹਿ ਰਹੀ ਹੈ। ਉਧਰ ਬੀਜੇਪੀ ਦੇ ਆਗੂ ਸਾਡੇ ਨਾਲ ਜੁੜੇ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਜਦ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਦੂਸਰੀਆਂ ਪਾਰਟੀਆਂ ਦੇ ਆਗੂਆਂ ਤੇ ਕਾਰਵਾਈ ਕਰਦੀ ਹੈ ਤਾਂ ਉਸ ਨੂੰ ਸਹੀ ਕਾਰਵਾਈ ਕਰਾਰ ਦਿੰਦੀ ਹੈ, ਲੇਕਿਨ ਜਦੋਂ ਆਪਣੇ ਉੱਤੇ ਕੋਈ ਕਾਰਵਾਈ ਹੁੰਦੀ ਹੈ, ਆਪਣੇ ਉੱਤੇ ਛਾਪੇਮਾਰੀ ਹੁੰਦੀ ਹੈ ਤਾਂ ਉਸ ਨੂੰ ਪੋਲੀਟੀਕਲ ਵੈਂਡੇਟਾ ਕਹਿਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜਾਂਚ ਦੇ ਵਿੱਚ ਸਾਹਮਣੇ ਆਏਗਾ। ਵੱਡੀ ਜਾਣਕਾਰੀ ਇਸ ਵੇਲੇ ਦੀ, ਸੀਬੀਆਈ ਦੇ ਵੱਲੋਂ 21 ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਵੇਲੇ ਛਾਪੇਮਾਰੀ ਜਾਰੀ ਹੈ। ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਘਰ ਤੇ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਕਈ ਅਧਿਕਾਰੀਆਂ ਦੇ ਘਰਾਂ ਤੇ ਵੀ ਛਾਪਾ ਮਾਰਿਆ ਗਿਆ ਹੈ। ਪੰਜਾਬ ਦੇ ਵਿੱਚ ਵੀ ਸੀਬੀਆਈ ਇਸ ਵੇਲੇ ਛਾਪੇਮਾਰੀ ਕਰ ਰਹੀ ਹੈ। 21 ਲੋਕੇਸ਼ਨਸ ਦੇ ਉੱਤੇ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮਨੀਸ਼ ਸਿਸੋਦੀਆ ਦਿੱਲੀ ਦੇ ਡਿਪਟੀ ਮੁੱਖ ਮੰਤਰੀ, ਉਹਨਾਂ ਦੇ ਘਰ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਕਈ ਸਾਰੀਆਂ ਹੋਰ ਲੋਕੇਸ਼ਨਸ ਦੇ ਉੱਤੇ ਕਈ ਅਫਸਰਾਂ ਦੇ ਘਰਾਂ ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਐਕਸਾਈਜ਼ ਪਾਲਿਸੀ ਦੇ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ। ਪਿਛਲੇ ਦਿਨੀ ਐਲਜੀ ਦੇ ਵੱਲੋਂ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਸੀ, ਸੀਬੀਆਈ ਨੂੰ ਚਿੱਠੀ ਲਿਖੀ ਗਈ ਸੀ, ਜਿਸ ਤੋਂ ਬਾਅਦ ਇਹ ਸਾਰੀ ਕਾਰਵਾਈ ਹੋ ਰਹੀ ਹੈ ਤੇ ਹੁਣ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀਬੀਆਈ ਦੇ ਵੱਲੋਂ ਇਸ ਵੇਲੇ ਛਾਪੇਮਾਰੀ ਜਾਰੀ ਹੈ। ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਘਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਕਈ ਅਫਸਰਾਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਵੀ ਕਈ ਜਗ੍ਹਾ ਛਾਪੇਮਾਰੀ ਇਸ ਵੇਲੇ ਕੀਤੀ ਜਾ ਰਹੀ ਹੈ ਤੇ ਸਭ ਨੂੰ ਆਮ ਆਦਮੀ ਪਾਰਟੀ ਪੋਲੀਟੀਕਲ ਵੈਂਡੇਟਾ ਕਰਾਰ ਦੇ ਰਹੀ ਹੈ। ਇਸ ਵੇਲੇ ਵੀ ਛਾਪੇਮਾਰੀ ਜਾਰੀ ਹੈ। ਸਾਡੇ ਸਹਿਯੋਗੀ ਸ਼ੰਕਰ ਆਨੰਦ ਥੋੜੀ ਦੇਰ ਪਹਿਲਾਂ ਜਾਣਕਾਰੀ ਦੇ ਰਹੇ ਸੀ ਕਿ ਦਿੱਲੀ ਦੇ ਡਿਪਟੀ ਸੀਐਮ
ਮਨੀਸ਼ ਸਿਸੋਦੀਆ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਲੇਕਿਨ ਹੋਰ ਕਿਹੜੀਆਂ ਲੋਕੇਸ਼ਨਸ ਤੇ ਜਾਂ ਫਿਰ ਕਿੰਨਾਂ ਦੇ ਘਰਾਂ ਤੇ ਛਾਪੇਮਾਰੀ ਹੋ ਰਹੀ ਹੈ ਉਸ ਦੀ ਜਾਣਕਾਰੀ ਥੋੜੀ ਦੇਰ ਦੇ ਬਾਅਦ ਸਾਫ਼ ਹੋਏਗੀ ਕਿ ਕਿੱਥੇ-ਕਿੱਥੇ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਸਵੇਰ ਤੋਂ ਹੀ ਛਾਪੇਮਾਰੀ ਜਾਰੀ ਹੈ। ਐਕਸਾਈਜ਼ ਪਾਲਿਸੀ ਦੇ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਤੇ ਆਮ ਆਦਮੀ ਪਾਰਟੀ ਇਸ ਨੂੰ ਪੋਲੀਟੀਕਲ ਵੈਂਡੇਟਾ ਕਰਾਰ ਦੇ ਰਹੀ ਹੈ ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ। ਅਮਰੀਕਾ ਦੇ ਨਿਊਯਾਰਕ ਟਾਈਮਜ਼ ਅਖਬਾਰ ਦੀਆਂ ਆਮ ਆਦਮੀ ਪਾਰਟੀ ਦੇ ਆਗੂ ਤਸਵੀਰਾਂ ਸਾਂਝੀਆਂ ਕਰ ਰਹੇ ਨੇ ਕਿ ਜਿਸ ਦਿਨ ਇਹ ਤਸਵੀਰਾਂ ਛਪਦੀਆਂ ਨੇ, ਜਿਸ ਦਿਨ ਦਿੱਲੀ ਦੇ ਸਿੱਖਿਆ ਮਾਡਲ ਦੀ ਚਰਚਾ ਦੁਨੀਆ ਭਰ ਦੇ ਵਿੱਚ ਹੋ ਰਹੀ ਹੈ, ਅਮਰੀਕਾ ਦੇ ਅਖਬਾਰਾਂ 'ਚ ਤਸਵੀਰਾਂ ਛਪਦੀਆਂ ਨੇ ਮਨੀਸ਼ ਸਿਸੋਦੀਆ ਦੀਆਂ, ਉਸੇ ਦਿਨ ਹੀ ਸੀਬੀਆਈ ਉਹਨਾਂ ਦੇ ਘਰ ਭੇਜ ਦਿੱਤੀ ਜਾਂਦੀ ਹੈ। ਸੀਬੀਆਈ ਦੇ ਵੱਲੋਂ ਉਹਨਾਂ ਦੇ ਘਰ ਛਾਪੇਮਾਰੀ ਕੀਤੀ ਜਾਂਦੀ ਹੈ। ਤਾਂ ਇਹ ਪੋਲੀਟੀਕਲ ਵੈਂਡੇਟਾ ਆਮ ਆਦਮੀ ਪਾਰਟੀ ਇਸ ਨੂੰ ਕਰਾਰ ਦੇ ਰਹੀ ਹੈ। ਦੂਸਰੇ ਪਾਸੇ ਬੀਜੇਪੀ ਕਹਿ ਰਹੀ ਹੈ ਕਿ ਜੋ ਵੀ ਹੋਏਗਾ ਜਾਂਚ ਦੇ ਵਿੱਚ ਸਾਹਮਣੇ ਆ ਜਾਏਗਾ, ਸੀਬੀਆਈ ਦੇ ਕੋਲ ਕੋਈ ਸਬੂਤ ਹੋਏਗਾ ਤਾਂ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ।